ਅੰਤਰ ਉਤ ਭੁਜ ਅਵਰ ਨਾ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ। ਅੰਤਰ ਉਤ ਭੁਜ ਅਵਰ ਨਾ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ। ਜੁਗ ਹੈ ਜੁਗੰਤਰ ਸਾਹਿਬ ਸਚ ਸੋਈ, ਉਤਪਤ ਪਰਲੋ ਅਵਰ ਨਾ ਕੋਈ। ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ। ਹਰ ਕੈ ਲਾ ਨਾਮ ਨਾ ਲੱਗੈ ਜਮ ਤੀਰ, ਰਹਾਉ ਨਾਮ ਰਤਨ ਹੀਰਾ ਨਿਰਮੋਲ। ਸਾਚਾ ਸਾਹਿਬ ਅਮਰ ਅਤੋਲ, ਜਿਹਵਾ ਸੂਚੀ ਸਾਚਾ ਬੋਲ। ਘਰ ਦਰ ਸਾਚਾ ਨਾਹੀ ਰੋਲ, ਇਕ ਬਨ ਮਹਿ ਬੈਸੈ ਡੂਗਰ ਅਸਥਾਨ। ਨਾਮ ਬਿਸਾਰ ਪਚਹਿ ਅਭਿਮਾਨ, ਨਾਮ ਬਿਨਾ ਕਿਆ ਗਿਆਨ ਧਿਆਨ। ਗੁਰਮੁਖ ਪਾਵਹਿ ਦਰਗਹਿ ਮਾਨ, ਹਠ ਅਹੰਕਾਰ ਕਰੈ ਨਹੀਂ ਪਾਵੈ। ਪਾਠ ਪੜ੍ਹੈ ਲੇ ਲੋਕ ਸੁਣਾਵੈ, ਤੀਰਥ ਪਰਮਸ ਬਿਆਦ ਨਾ ਜਾਵੈ। ਨਾਮ ਬਿਨਾ ਕੈਸੇ ਸੁਖ ਪਾਵੈ, ਜਤਨ ਕਰੈ ਬਿੰਦ ਕਿਵੇ ਨਾ ਰਹਾਈ। ਮਨੁਆ ਡੋਲੈ ਨਰਕੈ ਪਾਈ, ਜਮਪੁਰ ਬਾਦੋ ਲਹੈ ਸਜਾਈ। ਬਿਨ ਨਾਮੈ ਜੀਉ ਜਲ ਬਲ ਜਾਈ, ਸਿੱਧ ਸਾਧਕ ਕੇਤੇ ਮੁਨ ਦੇਵਾ। ਹਠ ਨਿਗ੍ਰਹੈ ਨਹਿ ਤਿਪ ਤਰਾਵਹਿ ਭੇਵਾ। ਸ਼ਬਦ ਵਿਚਾਰ ਗਹੈ ਗੁਰ ਸੇਵਾ। ਮਨ ਤਨ ਨਿਰਮਲ ਅਭਿਮਾਨ ਅਪੇਵਾ। ਕਰਮ ਮਿਲੈ ਪਾਵੈ ਸਚ ਨਾਉ, ਤੁਮ ਸ਼ਰਨਾਗਤ ਰਹੋ ਸੁਭਾਉ। ਤੁਮ ਤੇ ਉਪਜਿਓ ਭਗਤੀ ਭਾਉ, ਜਪ ਜਾਪੋ ਗੁਰਮੁਖ ਹਰਿ ਨਾਉ। ਹੋਮੈ ਗਰਭ ਜਾਏ ਮਨ ਭੀਨੈ, ਝੂਠ ਨਾ ਪਾਵਸ ਪਾਖੰਡ ਕੀਨੈ। ਬਿਨ ਗੁਰ ਸ਼ਬਦ ਨਹੀਂ ਘਰ ਬਾਰ, ਨਾਨਕ ਗੁਰਮੁਖ ਤਤ ਵਿਚਾਰ। ਬਿਨ ਗੁਰ ਸ਼ਬਦ ਨਹੀਂ ਘਰ ਬਾਰ, ਨਾਨਕ ਗੁਰਮੁਖ ਤਤ ਵਿਚਾਰ। ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਪਿਆਰ ਨਾਲ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਪਿਆਰ ਦੇ ਨਾਲ ਪਹਿਲਾਂ 10 ਤੋਂ 15 ਮਿੰਟ ਪੰਜਾਬੀ ਉਪਰੰਤ ਅੰਗਰੇਜ਼ੀ ਦੇ ਵਿੱਚ ਵਿਚਾਰ ਸਤਿਗੁਰਾਂ ਦੀ ਕਿਰਪਾ ਨਾਲ ਕਰੀਏ।
Today's Hukmnama is blessing from Sachkhand Sheikh Hamdar Sahib. With Guru's Kirpa, we'll do the vichar, the explanation of the Hukmnama in Punjabi for first 10 to 15 minutes to start with, followed by English. Stay tuned and may Satguru bless you all. ਅੱਜ ਦੇ ਪਵਿੱਤਰ ਹੁਕਮਨਾਮੇ ਵਿੱਚ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਅੰਤਰ ਉਤਪੁਜ ਅਵਰ ਨਾ ਕੋਈ, ਜੋ ਕਹੀਐ ਸੋ ਪ੍ਰਭ ਤੇ ਹੋਈ। ਜਿਹੜੀ ਵੀ ਕੋਈ ਵਸਤੂ ਨੂੰ ਅਸੀਂ ਦੇਖੀਏ ਜਾਂ ਜੀ ਜੰਤ ਨੂੰ ਦੇਖੀਏ, ਭਾਵ ਕਹੀਏ, ਉਹ ਪ੍ਰਭੂ ਤੋਂ ਬਣਿਆ ਹੈ, ਪ੍ਰਭੂ ਨੇ ਆਪ ਬਣਾਇਆ ਹੈ। ਅਤੇ ਪ੍ਰਭੂ ਨੇ ਅੰਤਰ ਭਾਵ ਆਪਣੇ ਆਪ ਤੋਂ, ਉਤਪੁਜ ਭਾਵ ਸ੍ਰਿਸ਼ਟੀ, ਖਾਣੀਆਂ ਕਿਸੇ ਹੋਰ ਨੇ ਨਹੀਂ ਬਣਾਈਆਂ, ਪ੍ਰਭੂ ਨੇ ਆਪ ਬਣਾਈਆਂ। ਜੁਗੈ ਜੁਗੰਤਰ ਸਾਹਿਬ ਸੱਚ ਸੋਈ, ਜੁਗਾ ਜੁਗਾਂਤਰਾਂ ਤੋਂ ਉਹ ਮਾਲਕ ਸੱਚਾ ਹੈ। ਕੋਈ ਉਸ ਮਾਲਕ ਨੂੰ ਬਦਲ ਨਹੀਂ ਸਕਦਾ, ਉਸ ਮਾਲਕ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਕਿਉਂਕਿ ਜਿਹੜੇ ਵੀ ਮੁਕਾਬਲੇ ਕਰਨ ਵਾਲੇ ਨੇ ਇਨਸਾਨ ਬਣੇ ਆ, ਜਿਨ੍ਹਾਂ ਨੇ ਰੱਬ ਨੂੰ ਚੈਲੰਜ ਕੀਤਾ ਜਾਂ ਆਪਣੇ ਆਪ ਨੂੰ ਰੱਬ ਮੰਨਿਆ, ਉਹ ਦੁਨੀਆ ਤੋਂ ਟੁਰ ਗਏ। ਕਹਤੇ ਕਹਿ ਉੱਠ ਜਾਏ, ਇਹ ਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ। ਉਤਪਤ ਪਰਲੋ ਅਵਰ ਨਾ ਕੋਈ। ਸਵਾਲ ਉੱਠਦਾ ਵੀ ਜੇ ਵਾਹਿਗੁਰੂ ਬਣਾਉਂਦਾ, ਉਤਪਤੀ ਕਰਦਾ, ਤੇ ਫਿਰ ਪਰਲੋ ਕੌਣ ਲਿਆਂਦਾ, ਮਾਰਦਾ ਕੌਣ? ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਗੱਲ ਨੂੰ ਸਪਸ਼ਟ ਕਰਦੇ ਨੇ, ਬਣਾਉਣ ਵਾਲਾ ਵੀ ਅਤੇ ਮਾਰਨ ਵਾਲਾ ਵੀ ਉਹ ਪਰਮਾਤਮਾ ਆਪ ਹੈ। ਉਹ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਬਣਾ ਕੇ ਢਾਹ ਦਿੰਦਾ ਹੈ, ਅਤੇ ਫਿਰ ਢਾਹ ਕੇ ਫਿਰ ਦੁਬਾਰਾ ਬਣਾ ਦਿੰਦਾ ਹੈ। ਇਸ ਤਰ੍ਹਾਂ ਉਸ ਮਾਲਕ ਦੀ ਖੇਡ ਹੈ। ਮਾਲਕ ਸਰਬ ਸ਼ਕਤੀਮਾਨ ਹੈ। ਐਸਾ ਮੇਰਾ ਠਾਕੁਰ ਗਹਿਰ ਗੰਭੀਰ, ਇਹੋ ਜਿਹਾ ਮੇਰਾ ਠਾਕੁਰ, ਉਹ ਗਹਿਰ ਅਤੇ ਗੰਭੀਰ ਭਾਵ ਬਹੁਤ ਡੂੰਘਾ ਹੈ। ਉਹਦੀ ਖੇਡ ਨੂੰ ਸਮਝਣਾ ਬਹੁਤ ਔਖਾ। ਜਿਨ ਜਪਿਆ ਤਿਨ ਹੀ ਸੁਖ ਪਾਇਆ, ਹਰ ਕੈ ਨਾਮ ਨਾ ਲੱਗੈ ਜਮ ਤੀਰ ਰਹਾਓ। ਆਪਣਾ ਟਾਈਮ ਖਰਾਬ ਕਰਨ ਦੀ ਬਜਾਏ ਵੀ ਸ੍ਰਿਸ਼ਟੀ ਕਿੱਦਾਂ ਬਣੀ, ਕਿੰਨੇ ਬਣਾਈ, ਫਿਰ ਗਿਲੇ ਸ਼ਿਕਵੇ ਕਰਨੇ ਵੀ ਹੜ੍ਹ ਕਿਉਂ ਆਏ, ਭੁਚਾਲ ਕਿਉਂ ਆਏ, ਉਹ ਬੰਦੇ ਦੀ ਮੌਤ ਕਿਉਂ ਹੋ ਗਈ। ਕਈ ਗਿਲੇ ਸ਼ਿਕਵੇ ਹੁੰਦੇ ਨੇ। ਮਹਾਰਾਜ ਕਹਿੰਦੇ ਨੇ, ਪਿਆਰਿਓ, ਗਿਲੇ ਸ਼ਿਕਵਿਆਂ ਨੂੰ ਛੱਡ ਕੇ, ਸਵਾਲਾਂ ਨੂੰ ਛੱਡ ਕੇ ਉਹਦਾ ਜਾਪ ਕਰੋ, ਉਹਦੀ ਸੇਵਾ ਕਰੋ। ਜਿਨ੍ਹਾਂ ਨੇ ਉਹਦਾ ਜਾਪ ਕੀਤਾ ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ, ਅਤੇ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਦਰਸ਼ਨ ਕਰ ਲਏ ਨੇ, ਭਾਵ ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੂੰ ਫਿਰ ਜਮਾਂ ਦਾ ਤੀਰ ਨਹੀਂ ਲੱਗਦਾ, ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦੇ ਨੇ। ਨਾਮ ਰਤਨ ਹੀਰਾ ਨਿਰਮੋਲ, ਉਸ ਪਰਮਾਤਮਾ ਦਾ ਨਾਮ ਇੰਨਾ ਵਡਮੁੱਲਾ ਹੈ, ਹੀਰੇ ਜਵਾਹਰਾਤ ਵੀ ਉਸ ਦਾ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਪਰਮਾਤਮਾ ਦਾ ਨਾਮ ਨਵ ਨਦੀਆਂ, 9 ਖਜ਼ਾਨਿਆਂ ਦੇ ਬਰਾਬਰ ਹੈ। ਸਾਚਾ ਸਾਹਿਬ ਅਮਰ ਅਤੋਲ, ਸਾਹਿਬ ਸੱਚਾ ਹੈ ਅਤੇ ਅਮਰ ਹੈ, ਅਤੇ ਉਹਨੂੰ ਤੋਲਿਆ ਨਹੀਂ ਜਾ ਸਕਦਾ, ਭਾਵ ਉਹਦੀ ਸ਼ਕਤੀ ਇੰਨੀ ਹੈ, ਮਿਲ ਨਹੀਂ ਜਾ ਸਕਦੀ। ਅਕਾਲ ਪੁਰਖ ਵਾਹਿਗੁਰੂ ਦੀ ਦਇਆ ਇੰਨੀ ਆ ਵੀ ਉਹਨੂੰ ਤੋਲਿਆ ਨਹੀਂ ਜਾ ਸਕਦਾ। ਜਿਹਵਾ ਸੂਚੀ ਸਾਚਾ ਬੋਲ, ਜਿਹੜਾ ਵੀ ਆਪਣੀ ਜ਼ੁਬਾਨ ਦੇ ਨਾਲ ਉਹ ਸੱਚੇ ਪਰਮਾਤਮਾ ਦਾ ਗੁਣ ਗਾਉਂਦਾ ਅਤੇ ਇਹ ਸ਼ਬਦ ਦੁਹਰਾਉਂਦਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਮੁੱਲ ਹੈ, ਉਹ ਆਪ ਵੀ ਸੱਚਾ ਹੋ ਜਾਂਦਾ ਅਤੇ ਉਹਦੇ ਬੋਲ ਵੀ ਸੱਚੇ ਹੁੰਦੇ ਨੇ।
घर दर साचा नाही रोल, ते ਉਹਨੂੰ उस परमात्मा दे घर ते दर दी सोझी हो जाती है। कोई रोला रप्पा नहीं होंदा, भाव कोई रुकावट नहीं होंदी। मनै मारक ठाक न पाए, मनै पत स्यों प्रगट जाए। एक बन मह बैसै डूगर अस्थान। परमात्मा दे भेद नूं जानन वास्ते कई अपने घर बार नूं छड्ड के बणां दे विच जा के बह जांदे ने। डूगर दा भाव पहाड़ ते गुफा। कई लोग जाके पहाड़ां ते चढ़ जांदे ने, कई गुफा दे विच जाके बह जांदे ने, उत्थे अपना अस्थान बना लैंदे ने। नाम विसार पचै है अभिमान। परमात्मा दे नाम नूं विसार के वो अभिमान दे विच गरक हो जांदे ने। हुण साध संगत जी, गुफा दे विच जाके या पहाड़ी ते चढ़ के कोई वाहिगुरू दा नाम जपे, वाहिगुरू वाहिगुरू नाम जपना चाहिए, वाहिगुरू दे गुण गाने चाहिए ने। पर महाराज इत्थे इशारा करते हैं, जिहड़े सिद्ध ते जोगी घर बार छड्ड के ते जंगलों के चले जाते सन, पहाड़ों ते चले जाते सन। पर साध संगत जी, जबान तो सिर्फ वाहिगुरू वाहिगुरू कीतियां गल नहीं बननी। गुरु नानक देव महाराज ने उन्होंने सिद्धां नूं जोगियां नूं उपदेश दिता सी भी जिहड़ी सृष्टि सड़दी बलदी पई आ, उन्होंने बचाउण वास्ते तुसीं यतन करो। वो भी परमात्मा का नाम जपना, उसकी सेवा करनी है। गुरु नानक देव जी महाराज भी जंगलों के जाके तपस्या कर सकते सन। क्यों गुरु नानक देव महाराज ने सारी दुनिया का भ्रमण किया जगत नूं तारन वास्ते? क्योंकि यह वाहिगुरू की सेवा है। नाम जपो, फिर किरत करो। किरत का भाव वो काम करो जिहदे नाल आप ही परमात्मा नाल जुड़ो ते होरनां नूं भी जोड़ो, वंड छको। पहले किरत करो, भाव वो काम करो जिहदे नाल परमात्मा दे नाल जुड़ सकीए, परमात्मा की सेवा कर सकीए, फिर वंड छको। तीजा असूल, जो तुहानूं प्राप्त होया, जो परमात्मा ने तुहानूं बख्शिशां कीतियां ने, उन्हां नूं वंडो। सो गुरु नानक देव महाराज ने 5 उदासियां करके साध संगत जी सारे जगत नूं वो ज्ञान बख्शिश किया, वो ज्ञान वंडिया जगत दे विच। उही सिद्धां नूं उपदेश दिंदे ने, भाई पहाड़ां दे विच चढ़ के समाधियां ला के 100 साल बैठे रहिंदे हो ते इहदे नाल परमात्मा खुश नहीं होना। नाम बिना क्या ज्ञान ध्यान। नाम तो बिना ज्ञान ते ध्यान पैदा नहीं होंदा, क्योंकि नाम परमात्मा की बख्शिश है। असीं अपने आप प्राप्त नहीं कर सकते। उस परमात्मा की सेवा करके, उहदे गुण गा के, उस परमात्मा तो नाम मंगना ते दाते दात रखी हथ अपने, जिस भावै तिस देई। ਜਿਹੜੇ ਪ੍ਰਵਾਨ हो जाते हैं, जिन्हां दे कर्म चंगे ने, उन्हां नूं फिर अकाल पुरख वाहिगुरू ज्ञान भाव ब्रह्म ज्ञान ते ध्यान बख्शिश करते हैं। गुरमुख पावै दरगह मान। गुरु दे दसे हुए मार्ग ते चल के दरगाह दे विच मान मिलता है। हठ अहंकार करै नहीं पावै। किसी भी हठ नाल साध संगत जी परमात्मा की प्राप्ति नहीं। भी मैं इन्ने कर्म चंगे कीते ने ते हुण परमात्मा की प्राप्ति हो जानी चाहिए है, हठ नाल प्राप्त नहीं हुंदा। पाठ पढ़ै ले लोक सुनावै। पाठ पढ़ पढ़ के लोकां नूं सुनाना, इहदे नाल भी परमात्मा की प्राप्ति नहीं हुंदी। तीरथ भरमस ब्याद ना जावै। तीर्थां ते भी भ्रमण करके मन का ब्याद भाव कल कलेश मुकदा नहीं। नाम बिना कैसे सुख पावै। जद तक प्यारिया उस परमात्मा के गुण तेरे अंदर प्रवेश नहीं करते, उस परमात्मा अनुभव नहीं होंदा। परमात्मा उहदे नाम तो बिना कुछ भी किसी काम का नहीं, सुख प्राप्त नहीं होएगा। फिर ऐसे जोगी सी जो
ਗ੍ਰਸਤੀ ਜੀਵਨ ਤੋਂ ਦੂਰ ਰਹਿੰਦੇ ਸਨ। ਸੋ ਮਹਾਰਾਜ ਨੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ, ਜਤਨ ਕਰੈ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੈ ਨਰਕੈ ਜਾਈ, ਜੰਪੁਰ ਬਾਧੋ ਲਹੈ ਸਜਾਈ, ਬਿਨ ਨਾਵੈ ਜੀਓ ਜਲ ਬਲ ਜਾਈ। ਪਿਆਰਿਆ, ਭਾਵੇਂ ਤੂੰ ਗ੍ਰਸਤ ਜੀਵਨ ਦੇ ਵਿੱਚ ਨਾ ਆ, ਤੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਗ੍ਰਸਤ ਜੀਵਨ ਦੇ ਵਿੱਚ ਪਰਮਾਤਮਾ ਨਾਲ ਬਿਰਤੀ ਟੁੱਟਦੀ ਆ, ਪਰ ਫਿਰ ਵੀ ਤੇਰੇ ਅੰਦਰ ਕਾਮ ਪੈਦਾ ਹੁੰਦਾ। ਉਹ ਕਾਮ ਪੈਦਾ ਹੋਣ ਦੇ ਨਾਲ ਮਨੁਆ ਤੇਰਾ ਡੋਲ ਜਾਂਦਾ, ਮਨੁਆ ਡੋਲੈ ਨਰਕੈ ਪਾਈ, ਫਿਰ ਨਰਕਾਂ ਦੇ ਵਿੱਚ ਫਿਰ ਤੂੰ ਜਾਣਾ। ਸਿੱਧ ਸਾਧਕ ਕੇਤੇ ਮੁਨੋ ਦੇਵਾ, ਹੱਠ ਨਿਗ੍ਰਹਿ ਨ ਤ੍ਰਿਪਤਾਵੇ ਭੇਵਾ। ਕਿੰਨੇ ਸਿੱਧ ਸਾਧਕ ਨੇ, ਉਹਨਾਂ ਨੇ ਵੀ ਬਹੁਤ ਹੱਠ ਕੀਤਾ, ਆਪਣੀ ਦੇਹੀ ਨੂੰ ਬਹੁਤ ਤਪਾਇਆ, ਪਰ ਉਹਦੇ ਨਾਲ ਵੀ ਅਕਾਲ ਪੁਰਖ ਵਾਹਿਗੁਰੂ ਖੁਸ਼ ਨਹੀਂ ਹੋਏ। ਸ਼ਬਦ ਵਿਚਾਰ ਗਹੇ ਗੁਰ ਸੇਵਾ, ਮਨ ਤਨ ਨਿਰਮਲ ਅਭਿਮਾਨ ਅਭੇਵਾ। ਪਰ ਇੱਕ ਤਰੀਕਾ ਹੈ ਪਰਮਾਤਮਾ ਨੂੰ ਮਿਲਣ ਦਾ, ਸ਼ਬਦ ਵਿਚਾਰ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਉਹਦਾ ਵਿਚਾਰ ਕਰਨਾ ਤੇ ਗੁਰੂ ਦੀ ਸੇਵਾ ਵਾਸਤੇ ਆਪਣਾ ਜੀਵਨ ਤਨ ਮਨ ਧਨ ਅਰਪਣ ਕਰ ਦੇਣਾ। ਉਹਦੇ ਨਾਲ ਮਨ ਤੇ ਤਨ ਨਿਰਮਲ ਹੋਏਗਾ ਤੇ ਅਭਿਮਾਨ ਜਿਹੜਾ ਹੈ ਉਹ ਵੀ ਦੂਰ ਹੋ ਜਾਏਗਾ। ਅਖੀਰਲੇ ਸ਼ਬਦ ਹਨ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ, ਬਿਨ ਗੁਰ ਸ਼ਬਦ ਨਹੀਂ ਘਰ ਬਾਰ। ਗੁਰੂ ਹੀ ਮੇਰੇ ਵਾਸਤੇ ਘਰ ਹੈ ਤੇ ਬਾਹਰ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਜੀਵਨ ਵਿਅਰਥ ਹੈ। ਨਾਨਕ ਗੁਰਮੁਖ ਤਤ ਵਿਚਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੁਨੀਆ ਨੂੰ ਤਤ ਦਰਸਾਉਂਦੇ ਨੇ ਕਿ ਗੁਰਮੁਖ ਬਣ ਕੇ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਤਤ ਦਾ ਗਿਆਨ ਹੁੰਦਾ ਹੈ, ਬ੍ਰਹਮ ਗਿਆਨ ਹੁੰਦਾ ਹੈ। ਸੋ ਸਾਧ ਸੰਗਤ ਜੀ, ਭੁੱਲਾਂ ਨਾ ਚਿਤਾਰਦੇ ਹੋਏ ਅਸੀਸਾਂ ਦੇਣੀਆਂ, ਸ਼ਬਦ ਦੇ ਡੂੰਘਾਈਆਂ ਤੱਕ ਪਹੁੰਚ ਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ। ਬਾਕੀ ਦਾ ਸਮਾਂ ਪਿਆਰ ਦੇ ਨਾਲ ਅੰਗਰੇਜ਼ੀ ਦੇ ਵਿੱਚ ਵਿਚਾਰ ਸ਼ਰਵਣ ਕਰਨਾ ਜੀ। So today's Hukamnama is blessing from Sachkhand Sheikh Harimandir Sahib, composition of Dhan Dhan Guru Nanak Dev Ji Maharaj in Rag Ramkali. Rag Ramkali creates very calm and cheerful mood, helps to relax the mind. In today's Hukamnama, Guru Maharaj reveals that there are a lot of questions people have in their mind, and Guru Maharaj provides the answer for those questions. अंतर उत्पुज अवर न कोई, जो कहिए सो प्रभते होई। Whatever we ask, who created the sun, who created the moon, who created the solar system? Answer is, everything is created by God. Question is, did God take any help from anyone? So Guru Maharaj makes it very clear, Antar, by himself, God created the whole creation. Antar utpuj avar na koi. There is no one else who can create the creation. Having created the creation, there is no one else besides God who can sustain the creation and manage the creation so beautifully. Jugah Jugantar Sahib Sach Soi. From all the ages, right from the day when creation was created, God is supreme. No one else can replace God. Sahib Sach Soi. Sahib means Lord and Master. Sach Soi means Almighty God is true. No one can replace God. No one can compare himself with God. A lot of people try to claim they are very powerful.
They have pride. But Guru Maharaj reveals in the Bani, Kete keh ut jaye. There are so many people who try to claim they are great and they know about God, but they depart from this world. But God is still present throughout the creation. God is true. God is eternal. Ete kite hor kare ta aakh na sakhe kei. Those people who are created by God become arrogant and they try to take control of things. Guru Maharaj reveals they are foolish people. They depart from this world. If God creates so many other intelligent people, powerful people, still they cannot compete with God. They cannot comprehend God, how great God is. Utpat parlo avar koi. Utpat means to create, parlo means to destroy. Many times this question is asked, if God has created the creation, why there is destruction? Why there are earthquakes? Answer is, that is God's game. Everything happens in God's will. Utpat parlo avar na koi. There is no one else who controls the creation and destruction. Aisa mera Thakur gahar gambhir. Such is my Lord and Master, who is gahar, very, very deep, difficult to comprehend. God is beyond our perception. Gambhir means very profound, which means whatever God has decided, that must happen. God is serious, profound. Jin japya tinhi sukh paya, har ka naam na laga jam tir rahao. So rather than trying to estimate God's extent, God's strength and wisdom, there are many scientists like Steve Hawkins. He tried to find out how creation is being sustained. So he came up with the black hole theory. No one has seen black hole. It was just imagination. Don't waste your time trying to find out how amazing is God. Just praise God, what you can see, what you can feel. Carry on praising God. Those who meditate on God, those who praise God, they will abide in peace. Jin japya tinhi sukh paya. Japya means to chant God's praises. Those who praise God with their tongue, with their mind, and those who listen to God's praises with the ears, they abide in peace. Har ka naam na laga jam tir. This way, by immersing yourself in the glory of God, you are glorified. You are blessed with God's name. Har ka naam na laga jam tir. Tir means arrow. You are not struck down by the arrow of death and birth cycle again. You become free. You are solved. You are liberated. Rahao. Liberation means that you are always serving God. You are eternal. God blesses you with the body when there is a need, like Guru Nanak Dev Ji Maharaj. Guru Nanak Dev Ji Maharaj was form of God. Aap Narayan Kalatar Jagmay Parvareo. So God decided
that humanity needs the knowledge and education, God assumed the form and body of Guru Nanak Dev Ji Maharaj and liberated so many people. Babbe tare char chak, no khand prithvi sacha toa. So liberation means you are eternal. God blesses you with the human body so that you can liberate other people. You are not bound to death and birth cycle. You are outside the transmigration. Rahao. Naam Ratan Hira Nirmol. Experiencing God is a valuable jewel. You cannot put a value to it. Currency of this country, currency of the world will work in this world. It will not work in the next world. But God's name, which means once you have become one with God, that is so valuable, it works everywhere. That is the true wealth. Naam Ratan, Naam is like jewel. Hira Nirmol is a diamond which cannot be assessed, is so invaluable. Sacha Sahib Amar Atol. Reason being, once you become one with God, God is Sacha Sahib. God is true Lord and Master, who is eternal, who is everywhere. And God is Atol, beyond any measure. God cannot be assessed. Jehva Suchi Sacha Bol, that Jehva, that tongue is pure, that chants the praises of true Lord. Kardar Sacha Nahi Rol, and by chanting God's praises with the tongue, contemplating upon God's glory, one has access to the home and the door of Almighty God. Kar dar. Dar means darwaja, the door. One has access to the door to the home of Almighty God. God is within ourselves. Don't look outside. So which means when we meditate, all our temptations, distractions, they go away. And we find God, the door to God's home within ourselves, with Guru's kirpa, with Vaheguru's blessing. And there is no role means obstacle in the way. And then Guru Maharaj talks about lot of yogis, lot of spiritual people, renunciates, who have forsaken their families, they have gone in seclusion. Ek ban mein hai baisa. Ban means forest. Some abandon their homes, abandon their families, and go and live in the forest with the hope they will realize God. Dugar Asthan, some of them go to the Dugar. Dugar means caves in the mountains, and also some climb up the mountains. Naam Bisar Pachai Abhiman, but forgetting God's name, they are rotting away in their own pride. They think they are supreme. Reason being, they sit down in trance. Guru Nanak Dev Ji Maharaj considers that trance useless, whereby you cannot liberate other people, where you cannot realize God. So yogis, they used to meditate for hundreds of years, but still they were drowned in their own ego. They were drowned in the ego of their own powers they had attained through meditation. All the Riddhiya Siddhiya, spiritual powers. So similarly, if you have to read that across to our personal life,
people under the influence of wealth, people who are wealthy, who are powerful, they are drowned in the ego and they waste away their lives. नाम बिना क्या ज्ञान ध्यान. Without the name of God, in other words, without realization of God, people talk about Gyan and Dhyan. That is all empty words. Gurmukh pāvai dargah maan. The Gurmukh who follow Guru's teaching, they receive the honor in God's court. Hat ahankar kare nahi pāvai. No one can realize God through the stubbornness and ego. In other words, anyone who is very stubborn and egoistic can never realize God. Paath padhe le lok sunave. Even though a kathakar, a preacher who reads the scripture and preaches other people, naam bina kaise sukh paave. Until that preacher realizes God within, will never be peaceful. Tirath parmas byad na jave. People go to pilgrimage, but still they feel miserable. Byad means misery. Being on all the pilgrimage, if one feels still miserable, it means that person hasn't realized God yet. Naam bina kaise sukh paave. Jatan karai bind kive na rahai. Lot of people, they practice celibacy. They don't get married. And they try to control their passions. But Guru Maharaj reveals the passion of lust bothers them. And they can't focus on God. Manwa dola narka jai. Jatan karai bind kive na rahai. Manwa dola narke pai. Jampur bado lahe sajai. They are punished as well. Bin nawai jio jal bal jai. So Satsangaji, right in the end, keeping eye on the time is flying away. So in the last part of the Hukamnama, which is the 8th part of the Hukamnama, Guru Maharaj reveals, Hume garab jaye man pina. Do those actions, follow those practices, so that you become immersed in God's love. Your ego and pride will depart then. So which means it is through God's mercy your pride and ego will depart. Jhoot na pavas pakhand kine. But if you are hypocrite, doing all those rituals, annoying people, bothering people, not helping anyone else, not practicing compassion, then it is all ritual. You are being hypocrite. You will not receive blessing of God. Bin Guru Shabad nahi karbar. Without the Guru, no one can see the door to God's palace. Nanak Gurmukh Tat Bichar. Nanak proclaims that by being Gurmukh, one can understand the Tat, the essence, the reality of this creation, and will come to the understanding the whole creation has been created by God, being managed by God from millions and trillions of years. No one else can replace God. God is supreme. May Satguru bless you all. Share the Fateh with love. Vaheguru Ji Ka Khalsa, Vaheguru Ji Ki Fateh.